ਬੇਅਦਬੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਾਰ ਫਿਰ ਤੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ। ਕਾਂਗਰਸ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਸੰਬੰਧੀ ਵੀ ਕਈ ਤਰ੍ਹਾਂ ਦੇ ਵੱਡੇ ਸਵਾਲ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਠਾਏ ਗਏ ਨੇ। ਦੱਸਦੀ ਹੈ ਕਿ ਜਿਸ ਦੇ ਵਿੱਚ ਉਹਨਾਂ ਨੇ ਸਿੱਧਾ ਇਹ ਕਹਿ ਦਿੱਤਾ ਕਿ ਬੇਅਦਬੀ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਸਭ ਤੋਂ ਜਿਹੜਾ ਵੱਡਾ ਵਾਅਦਾ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤਾ ਗਿਆ ਸੀ, ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਿਹੜੇ ਵੀ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਪਰ ਅੱਜ 4.5 ਸਾਲ ਦੇ ਕਰੀਬ ਹੋ ਗਏ ਨੇ, ਪਰ ਜਿਹੜੇ ਦੋਸ਼ੀ ਨੇ ਉਹ ਖੁੱਲ੍ਹੇਆਮ ਘੁੰਮ ਰਹੇ ਨੇ। ਜਦ ਤੋਂ ਨਵਜੋਤ ਸਿੰਘ ਸਿੱਧੂ ਹੋਰੀ ਜਵਾਰ ਸਿੰਘ ਵਾਲਾ ਪਿੰਡ ਜਾ ਕੇ ਆਏ ਨੇ, ਉਸ ਤੋਂ ਬਾਅਦ ਇਹ ਮੁੱਦਾ ਠੰਡਾ ਹੁੰਦਾ ਦਿਖਾਈ ਨਹੀਂ ਦੇ ਰਿਹਾ। ਦੂਸਰੀਆਂ ਪਾਰਟੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਉੱਤੇ ਗੰਭੀਰ ਇਲਜ਼ਾਮ ਲਾਏ ਗਏ ਨੇ। ਉਹ ਭਾਵੇਂ ਸੱਤਾ ਧਿਰ ਕਾਂਗਰਸ ਪਾਰਟੀ ਹੋਵੇ, ਭਾਵੇਂ ਵਿਰੋਧੀ ਧਿਰ ਪਾਰਟੀ ਆਮ ਆਦਮੀ ਪਾਰਟੀ ਹੋਵੇ, ਲਗਾਤਾਰ ਸ਼੍ਰੋਮਣੀ ਅਕਾਲੀ ਦਲ ਉੱਤੇ ਇਲਜ਼ਾਮ ਲਾਉਂਦੇ ਹੋਏ ਦਿਖਾਈ ਦੇ ਰਿਹਾ। ਦੇਖੋ, ਇਹ ਹਰ ਰੋਜ਼ ਦੀਆਂ ਜਿਹੜੀਆਂ ਸਰਕਾਰ ਦੀਆਂ ਮੀਟਿੰਗਾਂ ਹੈ, ਇਹਦੇ ਚੋਂ ਸਰਕਾਰ ਦੀ ਸੰਜੀਦਗੀ ਜਿਹੜੀ ਹੈਗੀ ਆ ਉਹ ਝਲਕਦੀ ਹੈ ਕਿ ਕਿੰਨੇ ਕੁ ਸੰਜੀਦਾ ਨੇ। ਅੱਜ ਕਿੰਨੀ ਭਿਆਨਕ ਬਿਮਾਰੀ ਦਾ ਦੌਰ ਚੱਲ ਰਿਹਾ ਔਰ ਪੰਜਾਬ ਦੇ ਵਿੱਚ ਹੀ ਨਹੀਂ, ਦੇਸ਼ ਦੇ ਵਿੱਚ ਕਹਿਰ ਮਚਿਆ ਹੋਇਆ, ਸਾਰੇ ਮੁਲਕ ਦੇ ਵਿੱਚ ਕਹਿਰ ਮਚਿਆ ਹੋਇਆ ਕਿ ਕਾਂਗਰਸ ਪਾਰਟੀ ਕੱਲੀ ਤੇ ਕੱਲੀ ਸਿਆਸਤ ਕਰਨ ਤੇ ਲੱਗੀ ਹੋਈ ਹੈ। ਨਾ ਲੋਕਾਂ ਨਾਲ ਜਿਹੜੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਵਾਅਦੇ ਕੀਤੇ ਸੀ ਕੈਪਟਨ ਸਾਹਿਬ ਨੇ, ਨਾ ਕੋ ਉਹ ਪੂਰੇ ਕਰਨ ਵੱਲ ਧਿਆਨ ਹੈ ਤੇ ਨਾ ਅੱਜ ਦੇ ਮੌਜੂਦਾ ਹਾਲਾਤਾਂ ਵੱਲ ਧਿਆਨ। ਮੇਰਾ ਤੁਹਾਡੇ ਰਾਹੀਂ ਸਵਾਲ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ 4/1/2021 ਨੂੰ ਬੇਅਦਬੀ ਵਾਲੀ ਜਿਹੜੀ ਸਿੱਟ ਹੈ ਉਹ ਵੀ ਰੱਦ ਕਰਤੀ ਸੀ, ਨਵੇਂ ਸਿਰੋਂ ਬਣਾਉਣ ਦੇ ਹੁਕਮ ਸੀ। 4/1/2021 ਨੂੰ ਹੀ ਬੇਅਦਬੀ ਵਾਲਾ ਚਲਾਨ ਵੀ ਜਿਹੜਾ ਰੱਦ ਕਰਤਾ ਸੀ, ਨਵੇਂ ਸਿਰੋਂ ਚਲਾਨ ਬਣਾਉਣ ਨੂੰ ਵੀ ਕਹਿਤਾ ਸੀ। ਉਸ ਤੋਂ ਬਾਅਦ ਤੁਹਾਡੇ ਕੈਮਰਿਆਂ ਦੇ ਰਾਹੀਂ ਅਸੀਂ ਦੇਖਿਆ ਕਿ ਕਿਵੇਂ ਕੈਪਟਨ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਚਾਹ ਦੇ ਪਿਆਲੇ ਕਦੇ ਖੜਕਦੇ ਸੀ, ਕਦੇ ਰੋਟੀ ਵਾਲੀਆਂ ਪਲੇਟਾਂ ਖੜਕਦੀਆਂ ਸੀ। ਤੇ ਫਿਰ ਜੇ ਬੇਅਦਬੀ ਦਾ ਇੰਨਾ ਦੁੱਖ ਸੀ ਜਿਹੜਾ ਹੁਣ ਹਰੇਕ ਟਵੀਟ ਦੇ ਵਿੱਚ ਝਲਕ ਰਿਹਾ ਹੈ, ਤੇ ਫਿਰ ਉਹ ਕਾਹਦੀਆਂ ਚਾਹ ਤੇ ਜਿਹੜੀਆਂ ਰੋਟੀਆਂ ਚੱਲ ਰਹੀਆਂ ਸੀ ਉਹ ਕਾਹਦੀਆਂ ਚੱਲ ਰਹੀਆਂ ਸੀ। ਭਾਵੇਂ ਨਵਜੋਤ ਸਿੰਘ ਸਿੱਧੂ ਹੋਵੇ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਵੇ, ਤੇ ਭਾਵੇਂ ਬਾਕੀ ਦੇ ਹੁਣ ਜਿਹੜੇ ਕਾਂਗਰਸੀ ਅੱਜ ਆਪਣੇ ਆਪ ਨੂੰ ਚੀਚੀ ਤੇ ਖੂਨ ਲਾ ਕੇ ਸ਼ਹੀਦ ਬਣਨ ਕੇ ਜੇ ਜੀ ਕੈਪਟਨ ਸਾਹਿਬ ਨਹੀਂ ਕਰਦੇ ਤਾਂ ਅਸੀਂ ਐਂ ਕਰ ਦਿਆਂਗੇ। ਸਾਰੇ ਦੇ ਸਾਰੇ ਕਾਂਗਰਸੀ ਉਨੇ ਜ਼ਿੰਮੇਵਾਰ ਹੈ ਜਿੰਨੇ ਕਿ ਕੈਪਟਨ ਅਮਰਿੰਦਰ ਸਿੰਘ ਹੈ, ਜਾਂ ਉਨਾ ਹੀ ਜ਼ਿੰਮੇਵਾਰ ਸਿੱਧੂ ਸਾਹਿਬ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ। ਹਾਰਦਿਕ ਸਵਾਗਤ ਹੈ ਲਾਈਵ ਟਾਕ ਪ੍ਰੋਗਰਾਮ ਦੇ ਵਿੱਚ। ਸਮਾਂ ਜਿਹੜਾ ਸ਼ੋਅ ਦਾ ਉਹ 7 ਵਜੇ ਹੁੰਦਾ, ਪਰ ਤਕਨੀਕੀ ਸਮੱਸਿਆ ਕਾਰਨ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਪ੍ਰੋਗਰਾਮ ਹੈ ਲੇਟ ਨਹੀਂ, ਕਾਫੀ ਜ਼ਿਆਦਾ ਲੇਟ ਹੈ। ਉਸ ਦੇ ਲਈ ਅਸੀਂ ਮਾਫੀ ਚਾਹੁੰਦੇ ਆਪਣੇ ਦਰਸ਼ਕਾਂ ਤੋਂ, ਚਾਹਣ ਵਾਲਿਆਂ ਤੋਂ, ਜਿੰਨੇ ਵੀ ਦਰਸ਼ਕ ਸਾਡੇ ਨਾਲ ਜੁੜਦੇ ਨੇ, ਸਭ ਤੋਂ ਜਿਹੜੀ ਮਾਫੀ ਮੰਗਦੇ ਹਾਂ। ਤੁਸੀਂ ਹੁਣ ਤੋਂ ਕਰੀਬ ਅੱਧਾ ਘੰਟਾ ਜਿਹੜਾ ਪ੍ਰੋਗਰਾਮ ਦਾ ਸਮਾਂ ਬਚਿਆ, ਉਸ ਦੇ ਵਿੱਚ ਤੁਸੀਂ ਵੱਖ-ਵੱਖ ਮੁੱਦਿਆਂ ਤੇ ਸਾਡੇ ਨਾਲ ਸਿੱਧਾ ਰਾਬਤਾ ਕਾਇਮ ਕਰ ਸਕਦੇ ਹੋ। ਟੀਵੀ ਸਕਰੀਨ ਉੱਤੇ ਲਗਾਤਾਰ ਨੰਬਰ ਨੇ ਜਿਹੜੇ ਉਹ ਫਲੈਸ਼ ਕੀਤੇ ਜਾਣਗੇ, ਜਿਸ ਦੇ ਵਿੱਚ ਤੁਸੀਂ ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਏ ਹੈ ਜਿਹੜੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਕੋਈ ਅਜਿਹੀ ਖਬਰ ਹੈ, ਅਜਿਹੀ ਕੋਈ ਜਾਣਕਾਰੀ ਹੈ ਜਿਹੜੀ ਕਿ ਤੁਸੀਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਬੇਝਿਜਕ ਹੋ ਕੇ ਨੰਬਰ ਨੇ ਜਿਹੜੇ ਉਹਨਾਂ ਨੂੰ ਡਾਇਲ ਕਰਕੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਇਸ ਦੇ ਨਾਲ ਸੋਸ਼ਲ ਮੀਡੀਆ ਤੇ ਵੱਖ-ਵੱਖ ਪਲੇਟਫਾਰਮ ਦੇ ਜ਼ਰੀਏ ਵੀ, ਜਿਵੇਂ ਕਿ ਫੇਸਬੁੱਕ, YouTube ਦੇ ਜਾ ਕੇ ਵੀ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਹੈ ਜਿਹੜੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਅੱਜ ਦੇ ਮੁੱਦਿਆਂ ਦੀ ਗੱਲ ਕੀਤੀ ਜਾਵੇ, ਅੱਜ ਦੇ ਜਿਹੜੇ ਮੁੱਦੇ ਨੇ ਉਹ ਰਹਿਣਗੇ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ ਕੀਤੇ ਜਾਂਦੇ ਟਵੀਟ, ਬੇਅਦਬੀ ਦਾ ਮੁੱਦਾ, ਤੇ ਨਾਲ ਦੀ ਨਾਲ ਕਿਹੋ ਜਿਹੀ ਸਥਿਤੀ ਹੈ ਜਿਹੜੀ ਉਹ ਕਰੋਨਾ ਸੰਬੰਧੀ ਬਣੀ ਹੋਈ ਹੈ। ਅੱਜ ਜਿਹੜੀ ਵੱਡੀ ਅਪਡੇਟ ਇਹ ਹੈ ਕਿ ਬੇਅਦਬੀ ਦੇ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਵਾਰ ਫਿਰ ਤੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ, ਤੇ ਕਾਂਗਰਸ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਸੰਬੰਧੀ ਵੀ ਕਈ ਤਰ੍ਹਾਂ ਦੇ ਵੱਡੇ ਸਵਾਲ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਠਾਏ ਗਏ ਨੇ। ਦੱਸਦੀ ਹੈ ਕਿ ਜਿਸ ਦੇ ਵਿੱਚ ਉਹਨਾਂ ਨੇ ਸਿੱਧਾ ਇਹ ਕਹਿ ਦਿੱਤਾ ਕਿ ਬੇਅਦਬੀ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਸਭ ਤੋਂ ਜਿਹੜਾ ਵੱਡਾ ਵਾਅਦਾ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤਾ ਗਿਆ ਸੀ, ਜਿਸ ਦੇ ਵਿੱਚ
ਇਹ ਕਿਹਾ ਗਿਆ ਸੀ ਕਿ ਜਿਹੜੇ ਵੀ ਬੇਅਦਬੀ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ, ਪਰ ਅੱਜ 4.5 ਸਾਲ ਦੇ ਕਰੀਬ ਹੋ ਗਏ ਨੇ, ਪਰ ਜਿਹੜੇ ਦੋਸ਼ੀ ਨੇ ਉਹ ਖੁੱਲ੍ਹੇਆਮ ਘੁੰਮ ਰਹੇ ਨੇ। ਇਸ ਤੋਂ ਬਾਅਦ ਹੁਣ SIT ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਤੇ ਨਵੀਂ SIT ਬਣਾਉਣ ਦੇ ਹੁਕਮ ਵੀ ਦਿੱਤੇ ਗਏ। ਤੇ ਇਸ ਤੋਂ ਇਲਾਵਾ ਜਦ ਤੋਂ ਨਵਜੋਤ ਸਿੰਘ ਸਿੱਧੂ ਹੋਰੀ ਜਵਾਰ ਸਿੰਘ ਵਾਲਾ ਪਿੰਡ ਜਾ ਕੇ ਆਏ ਨੇ, ਉਸ ਤੋਂ ਬਾਅਦ ਇਹ ਮੁੱਦਾ ਠੰਡਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਤੇ ਲਗਾਤਾਰ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਤੇ ਨਾਲ ਦੀ ਨਾਲ ਦੂਸਰੀਆਂ ਪਾਰਟੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਉੱਤੇ ਗੰਭੀਰ ਇਲਜ਼ਾਮ ਲਾਏ ਗਏ ਨੇ। ਉਹ ਭਾਵੇਂ ਸੱਤਾ ਧਿਰ ਕਾਂਗਰਸ ਪਾਰਟੀ ਹੋਵੇ, ਭਾਵੇਂ ਵਿਰੋਧੀ ਧਿਰ ਪਾਰਟੀ ਆਮ ਆਦਮੀ ਪਾਰਟੀ ਹੋਵੇ, ਲਗਾਤਾਰ ਸ਼੍ਰੋਮਣੀ ਅਕਾਲੀ ਦਲ ਉੱਤੇ ਇਲਜ਼ਾਮ ਲਾਉਂਦੇ ਹੋਏ ਦਿਖਾਈ ਦੇ ਰਿਹਾ। ਪਰ ਹੁਣ ਹਾਈ ਕੋਰਟ ਤੋਂ ਬਾਅਦ ਜਿਹੜਾ ਹਾਈ ਕੋਰਟ ਦਾ ਫੈਸਲਾ ਆਇਆ, ਉਸ ਤੋਂ ਬਾਅਦ ਇਸ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਕਾਫੀ ਐਕਟਿਵ ਦਿਖਾਈ ਦੇ ਰਿਹਾ ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਉਹਨਾਂ ਵੱਲੋਂ ਸਾਹਮਣੇ ਆ ਰਹੀਆਂ ਨੇ। ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੇ ਪਿੱਛੇ ਇੱਕ ਸਿਆਸਤ ਦੱਸ ਦਿੱਤੀ ਹੈ ਕਿ ਸਿਆਸਤ ਹੈ ਜਿਹੜੀ ਉਹ ਸੱਤਾ ਧਿਰ ਪਾਰਟੀ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ ਤੇ ਬੇਅਦਬੀ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਅਤੇ ਨਾਲ ਦੀ ਨਾਲ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਉਨੀ ਹੀ ਜ਼ਿੰਮੇਵਾਰੀ ਹੈ, ਜਿਹੜੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿਵਾ ਸਕੇ ਤੇ ਨਾਲ ਦੀ ਨਾਲ ਜੋ ਵੀ ਸੱਤਾ ਦੇ ਵਿੱਚ ਨੇ ਉਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਨੇ ਚਰਨਜੀਤ ਸਿੰਘ ਬਰਾੜ ਹੋਰਾਂ ਨੇ, ਜਿੱਥੇ ਜਿਹੜੇ ਮੀਟਿੰਗਾਂ ਦਾ ਦੌਰ ਹੈ ਕੈਪਟਨ ਦੀ ਅਗਵਾਈ ਦੇ ਵਿੱਚ ਜਿਹੜੀ ਪਾਰਟੀ ਹੈ ਕਾਂਗਰਸ, ਉਸ ਦੇ ਵਿੱਚ ਲਗਾਤਾਰ ਵੱਖ-ਵੱਖ ਮੀਟਿੰਗਾਂ, ਕਦੇ ਕਿਸ ਧੜੇ ਦੀ ਮੀਟਿੰਗ ਹੁੰਦੀ ਹੈ, ਕਦੇ ਕਿਸ ਧੜੇ ਦੀ ਮੀਟਿੰਗ ਹੁੰਦੀ ਹੈ। ਅੱਜ ਵੀ ਇੱਕ ਦਲਿਤਾਂ ਸੰਬੰਧੀ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗਾਂ ਦੇ ਬਾਰੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ ਟਵੀਟ ਕੀਤੇ ਜਾ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਹਨਾਂ ਸੰਬੰਧੀ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਠਾਏ ਗਏ ਨੇ। ਬਾਕੀ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਤੁਹਾਨੂੰ ਉਹ ਸੁਣਾ ਦਿੰਦੇ ਹਾਂ। ਦੇਖੋ, ਇਹ ਹਰ ਰੋਜ਼ ਦੀਆਂ ਜਿਹੜੀਆਂ ਸਰਕਾਰ ਦੀਆਂ ਮੀਟਿੰਗਾਂ ਦਰ ਮੀਟਿੰਗਾਂ ਹੈ, ਇਹਦੇ ਚੋਂ ਸਰਕਾਰ ਦੀ ਸੰਜੀਦਗੀ ਜਿਹੜੀ ਹੈਗੀ ਆ ਉਹ ਝਲਕਦੀ ਹੈ ਕਿ ਕਿੰਨੇ ਕੁ ਸੰਜੀਦਾ ਨੇ। ਅੱਜ ਕਿੰਨੀ ਭਿਆਨਕ ਬਿਮਾਰੀ ਦਾ ਦੌਰ ਚੱਲ ਰਿਹਾ ਔਰ ਪੰਜਾਬ ਦੇ ਵਿੱਚ ਹੀ ਨਹੀਂ ਦੇਸ਼ ਦੇ ਵਿੱਚ ਕਹਿਰ ਮਚਿਆ ਹੋਇਆ, ਸਾਰੇ ਮੁਲਕ ਦੇ ਵਿੱਚ ਕਹਿਰ ਮਚਿਆ ਹੋਇਆ ਔਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਲੋੜਾਂ ਨੇ ਜਿਹੜੀਆਂ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਪੂਰੀਆਂ ਕਰਨੀਆਂ ਚਾਹੀਦੀਆਂ। ਪਰ ਅੱਜ ਬਦਕਿਸਮਤੀ ਨਾਲ ਕੈਪਟਨ ਅਮਰਿੰਦਰ ਸਿੰਘ ਕਿਸੇ ਆਪਦੇ ਮੰਤਰੀਆਂ ਨੂੰ ਵੇਖ ਨਹੀਂ ਹੰਗਦੇ ਤੇ ਮੰਤਰੀ ਜਿਹੜੇ ਆ ਕਈ ਜਾਂ MLA ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੋਏ ਫਿਰਦੇ ਆ। ਇਹ ਕੁਰਸੀ ਪਿੱਛੇ ਆਪਣੀ ਜਿਹੜੀ ਇੱਕ 24 ਘੰਟੇ ਦੀ ਲੜਾਈ ਇਹਨਾਂ ਨੇ ਬਣਾ ਲਈ ਹੈ ਔਰ ਲੋਕਾਂ ਪ੍ਰਤੀ ਕੋਈ ਸੰਜੀਦਾ ਨਹੀਂ ਹੈ। ਚਾਹੀਦਾ ਤਾਂ ਇਹ ਸੀ ਕਿ ਇਸ ਟਾਈਮ ਤਾਂ ਸਕੂਦੀ ਵਿਰੋਧੀ ਪਾਰਟੀਆਂ ਨੂੰ ਵੀ ਨਾਲ ਲੈ ਕੇ ਚੱਲਦੇ ਔਰ ਇਹ ਭਿਆਨਕ ਬਿਮਾਰੀ ਦਾ ਜਿਹੜਾ ਰਲ ਮਿਲ ਕੇ ਸਾਰੇ ਇਹ ਆਪਾਂ ਮੁਕਾਬਲਾ ਕਰਦੇ। ਪਰ ਬੜੀ ਇਸ ਗੱਲ ਨੂੰ ਕਹਿ ਲਈਏ ਮੰਦਭਾਗੀ ਗੱਲ ਹੈ ਕਿ ਕਾਂਗਰਸ ਪਾਰਟੀ ਕੱਲੀ ਤੇ ਕੱਲੀ ਸਿਆਸਤ ਕਰਨ ਤੇ ਲੱਗੀ ਹੋਈ ਹੈ। ਨਾ ਲੋਕਾਂ ਨਾਲ ਜਿਹੜੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਵਾਅਦੇ ਕੀਤੇ ਸੀ ਕੈਪਟਨ ਸਾਹਿਬ ਨੇ, ਨਾ ਕੋ ਉਹ ਪੂਰੇ ਕਰਨ ਵੱਲ ਧਿਆਨ ਹੈ ਤੇ ਨਾ ਅੱਜ ਦੇ ਮੌਜੂਦਾ ਹਾਲਾਤਾਂ ਵੱਲ ਧਿਆਨ ਹੈ। ਮੇਰਾ ਤੁਹਾਡੇ ਰਾਹੀਂ ਸਵਾਲ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ 4/1/2021 ਨੂੰ ਬੇਅਦਬੀ ਵਾਲੀ ਜਿਹੜੀ ਸਿੱਟ ਹੈ ਉਹ ਵੀ ਰੱਦ ਕਰਤੀ ਸੀ, ਨਵੇਂ ਸਿਰੋਂ ਬਣਾਉਣ ਦੇ ਹੁਕਮ ਸੀ। 4/1/2021 ਨੂੰ ਹੀ ਬੇਅਦਬੀ ਵਾਲਾ ਚਲਾਨ ਵੀ ਜਿਹੜਾ ਰੱਦ ਕਰਤਾ ਸੀ, ਨਵੇਂ ਸਿਰੋਂ ਚਲਾਨ ਬਣਾਉਣ ਨੂੰ ਵੀ ਕਹਿਤਾ ਸੀ। ਉਸ ਤੋਂ ਬਾਅਦ ਤੁਹਾਡੇ ਕੈਮਰਿਆਂ ਦੇ ਰਾਹੀਂ ਅਸੀਂ ਦੇਖਿਆ ਕਿ ਕਿਵੇਂ ਕੈਪਟਨ ਸਾਹਿਬ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਦੇ ਚਾਹ ਦੇ ਪਿਆਲੇ ਕਦੇ ਖੜਕਦੇ ਸੀ, ਕਦੇ ਰੋਟੀ ਵਾਲੀਆਂ ਪਲੇਟਾਂ ਖੜਕਦੀਆਂ ਸੀ। ਤੇ ਫਿਰ ਜੇ ਬੇਅਦਬੀ ਦਾ ਇੰਨਾ ਦੁੱਖ ਸੀ ਜਿਹੜਾ ਹੁਣ ਹਰੇਕ ਟਵੀਟ ਦੇ ਵਿੱਚ ਝਲਕ ਰਿਹਾ ਹੈ, ਤੇ ਫਿਰ ਉਹ ਕਾਹਦੀਆਂ ਚਾਹ ਤੇ ਜਿਹੜੀਆਂ ਰੋਟੀਆਂ ਚੱਲ ਰਹੀਆਂ ਸੀ ਉਹ ਕਾਹਦੀਆਂ ਚੱਲ ਰਹੀਆਂ ਸੀ? ਸਵਾਏ ਸੌਦੇਬਾਜ਼ੀ ਤੋਂ, ਕੱਲੀ ਪੋਲੀਟੀਕਲ ਸੌਦੇਬਾਜ਼ੀ ਜਿਹੜੀ ਹੈਗੀ ਆ ਉਹ ਕਰਨ ਵਾਸਤੇ ਕੈਪਟਨ ਸਾਹਿਬ ਕੋਲੇ ਗਏ ਸੀ। ਉਹ ਜਦੋਂ ਪੂਰੀ ਨਹੀਂ ਉਤਰੀ ਤੇ ਹੁਣ ਸਹਾਰਾ ਗੁਰੂ ਸਾਹਿਬ ਦੀ ਬੇਅਦਬੀ ਦਾ ਲੈ ਲਿਆ। ਭਾਵੇਂ ਨਵਜੋਤ ਸਿੰਘ ਸਿੱਧੂ ਹੋਵੇ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਵੇ ਤੇ ਭਾਵੇਂ ਬਾਕੀ ਦੇ ਹੁਣ ਜਿਹੜੇ ਕਾਂਗਰਸੀ ਅੱਜ ਆਪਣੇ ਆਪ ਨੂੰ ਚੀਚੀ ਤੇ ਖੂਨ ਲਾ ਕੇ ਸ਼ਹੀਦ ਬਣਨ ਕੇ ਜੇ ਜੀ ਕੈਪਟਨ ਸਾਹਿਬ ਨਹੀਂ ਕਰਦੇ ਤਾਂ ਅਸੀਂ ਐਂ ਕਰ ਦਿਆਂਗੇ, ਸਾਰੇ ਦੇ ਸਾਰੇ ਕਾਂਗਰਸੀ ਉਨੇ ਜ਼ਿੰਮੇਵਾਰ ਹੈ ਜਿੰਨੇ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਾਂ ਉਨੇ ਹੀ ਜ਼ਿੰਮੇਵਾਰ ਸਿੱਧੂ ਸਾਹਿਬ ਹੈ। ਇਸ ਕਰਕੇ ਕੋਈ ਬੇਅਦਬੀ ਦਾ ਇਹਨਾਂ ਨੂੰ ਫਿਕਰ ਨਹੀਂ। ਜਦੋਂ ਦਾ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਕੇਸ ਵਾਪਸ ਲਿਆਂਦਾ, ਮੈਂ ਪੁੱਛਦਾ ਵੀ ਇਹਨਾਂ ਨੇ ਕੀ ਪੈਰਵਾਈ ਕੀਤੀ? ਸੁੱਖੀ ਰੰਧਾਵੇ ਨੇ ਤੇ ਸਿੱਧੂ ਸਾਹਿਬ ਨੇ, ਜਾਂ ਜਿਹੜਾ ਉਹਦਾ ਬਾਕੀ ਦਾ ਜਿਹੜਾ ਸੀਗਾ ਜਿਹੜਾ ਸਾਹਮਣੇ ਆਇਆ ਸਿੱਟ ਦਾ ਜਾਂਚ ਰੱਦ ਹੋਈ ਹੈ, ਇਹਦੇ ਵਿੱਚ ਆ ਗਿਆ ਕਿ ਮੀਟਿੰਗਾਂ ਕਰਦੇ ਰਹੇ। ਇਹਨਾਂ ਕੋਲੇ ਕੀ ਹੈਸੀਅਤ ਸੀਗੀ ਵੀ ਇਹ ਮੀਟਿੰਗਾਂ ਕਰਦੇ ਰਹੇ? ਇਸ ਕਰਕੇ ਪੋਲੀਟੀਕਲ ਇਬਾਰਤ ਲਿਖੀ ਗਈ ਸੀ ਇਹ ਜਿਹੜੀ ਗੋਲੀ ਕਾਂਡ 'ਚ,
ਜਿਹਦੇ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ। ਕੱਲਾ ਨੁਕਸਾਨ ਪਹੁੰਚਾਉਣ ਤੋਂ ਇਹਨਾਂ ਦੇ ਹੱਥ ਨਹੀਂ ਆ ਰਿਹਾ, ਕੁਝ ਤਾਂ ਇਹ ਰੌਲਾ ਪਾ ਰਹੇ ਆ। ਇਦੋਂ ਇਲਾਵਾ ਹੋਰ ਕੋਈ ਇਹਨਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਦਾ ਦੁੱਖ ਹੈ ਤੇ ਨਾ ਇਹਨਾਂ ਨੇ ਕੋਈ ਪੈਰਵੀ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰਾ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਜਿਹੜੀ ਗੱਲਬਾਤ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਹੈ। ਰਣ ਸਿੰਘ ਧਾਲੀਵਾਲ ਇਸ ਦੌਰਾਨ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰੋਫੈਸਰ ਸਾਹਿਬ, ਲਾਈਵ ਟਾਕ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ ਜੀ। ਜੀ ਸਰ, ਥੈਂਕ ਯੂ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੇਅਦਬੀ ਦਾ ਮੁੱਦਾ ਜਿਹੜਾ ਜੀ ਉਹ ਬੜਾ ਗਰਮਾਇਆ ਹੋਇਆ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਇਹ ਕਹਿੰਦੀ ਹੋਈ ਦਿਖਾਈ ਦੇ ਰਹੀ ਹੈ ਕਿ ਜਿਹੜਾ ਬੇਅਦਬੀ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਦੀ ਵੀ ਜ਼ਿੰਮੇਵਾਰੀ ਹੈ ਤੇ ਨਾਲ ਦੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਵੀ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਜੀ ਹਾਂਜੀ ਹਾਂਜੀ ਜੀ, ਸਵਾਲ ਮੇਰਾ ਇਹ ਸੀਗਾ ਜੀ, ਆਵਾਜ਼ ਹੈ ਜਿਹੜੀ ਤੁਹਾਡੇ ਤੱਕ ਪਹੁੰਚ ਰਹੀ ਹੈ ਜੀ? ਮੇਰੀ ਹਾਂ ਪਹੁੰਚ ਰਹੀ ਹੈ, ਤੁਹਾਡੀ ਆ ਰਹੀ ਹੈ ਜੀ। ਜੀ, ਜਿਵੇਂ ਕਿ ਅੱਜ ਹੁਣੇ ਥੋੜਾ ਸਮਾਂ ਪਹਿਲਾਂ ਜਿਹੜੀ ਬਾਈਟ ਵੀ ਸੁਣਾ ਚੁੱਕੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੀਆਂ ਦੋਸ਼ੀਆਂ ਨੂੰ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਸੁਣਾਈਆਂ ਜਾ ਚੁੱਕੀਆਂ, ਸਿਰਫ ਤੇ ਸਿਰਫ ਕੈਪਟਨ ਸਰਕਾਰ ਹੈ ਜਿਹੜੀ ਉਹ ਸਿਆਸਤ ਕਰ ਰਹੀ ਹੈ ਇਸ ਮੁੱਦੇ ਤੇ। ਇਹ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਮੈਨੂੰ ਲੱਗ ਰਿਹਾ ਨਹੀਂ, ਦੇਖੋ ਜਿਸ ਕਿਸਮ ਨਾਲ ਨਾ ਮਿਨਿਸਟਰੀ ਚੋਂ ਵੀ ਬਾਹਰ ਆ ਗਈ ਸੀ ਜੀ, ਤੇ ਉਹਨਾਂ ਦੇ ਜੇ ਦੋਸ਼ ਲਾਈਏ ਉਹ ਵਾਜਬ ਨਹੀਂ ਹੈਗਾ। ਪਬਲਿਕ ਤੌਰ ਤੇ ਕਿਵੇਂ ਕੀ ਮੰਨ ਰਹੀ ਹੈ, ਲੋਕਾਂ ਨੂੰ ਲੱਗ ਰਿਹਾ ਕਿ ਅਮਰਿੰਦਰ ਸਿੰਘ ਕਿਤੇ ਨਾ ਕਿਤੇ ਜੋ ਕੁਝ ਕਰ ਰਹੇ ਨੇ ਉਹਦੇ ਨਾਲ ਅਕਾਲੀ ਦਲ ਦੀ ਹੈਲਪ ਹੋ ਰਹੀ ਹੈ। ਜਿਹੜੇ ਦੋਸ਼ ਅਕਾਲੀ ਦਲ ਤੇ ਸੀ ਉਹਨਾਂ ਨੂੰ ਮਦਦ ਮਿਲਦੀ ਹੈ। ਮੈਨੂੰ ਲੱਗਦਾ ਕਿ ਅਕਾਲੀ ਦਲ ਨੂੰ ਇਹ ਚੀਜ਼ ਸੂਟ ਕਰਦੀ ਹੈ, ਕਿਉਂਕਿ ਜੇਕਰ ਉਹ ਕਹਿੰਦੇ ਨੇ ਕਿ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਬਰਾਬਰ ਦੇ ਦੋਸ਼ੀ ਨੇ, ਮਤਲਬ ਉਹ ਪਬਲਿਕ ਦੇ ਵਿੱਚ ਇਹ ਮੈਸੇਜ ਦੇਣ 'ਚ ਕਾਮਯਾਬ ਹੋ ਰਿਹਾ ਅਕਾਲੀ ਦਲ। ਅਕਾਲੀ ਦਲ ਤੇ ਅਮਰਿੰਦਰ ਸਿੰਘ ਰਲੇ ਹੋਏ ਨੇ ਜੀ। ਜਦੋਂ ਉਹ ਅਮਰਿੰਦਰ ਸਿੰਘ ਦੇ ਵਿਰੋਧੀਆਂ ਤੇ ਹਮਲਾ ਕਰ ਰਹੇ ਨੇ ਤਾਂ ਇਹਦਾ ਮਤਲਬ ਇਹ ਸਾਬਤ ਹੋ ਰਿਹਾ ਹੈ ਕਿ ਉਹ ਰਲੇ ਹੋਏ ਨੇ ਜੀ। ਹਾਲਾਂਕਿ ਮੈਂ ਇਹ ਦੋਸ਼ ਨਹੀਂ ਲਾਉਂਦਾ ਕਿ ਰਲੇ ਹੋਏ ਨੇ, ਪਰ ਫਿਰ ਵੀ ਜਿਹੜਾ ਕੁਝ ਪਬਲਿਕ ਦੇ ਵਿੱਚ ਇਮੇਜ ਬਣ ਕੇ ਅਮਰਿੰਦਰ ਸਿੰਘ ਨੂੰ ਨੁਕਸਾਨ ਹੋ ਰਿਹਾ ਤਾਂ ਉਹਦੇ ਵਿੱਚ ਅਕਾਲੀ ਦਲ ਕਾਮਯਾਬ ਹੋ ਰਿਹਾ ਜੀ। ਅੱਛਾ, ਇੱਕ ਹੋਰ, ਜਿਵੇਂ ਕਿ ਵੱਖ-ਵੱਖ ਸੂਬਿਆਂ ਦੇ ਵਿੱਚ ਇਹ ਵੀ ਕੇਂਦਰ ਸਰਕਾਰ ਤੇ ਇਲਜ਼ਾਮ ਲਾਏ ਜਾ ਰਹੇ ਆ ਕਿ ਜਿਹੜਾ ਵੈਕਸੀਨ ਦੇ ਮੁੱਦੇ ਤੇ ਵੱਖ-ਵੱਖ ਜਿਹੜੇ ਸੂਬੇ ਨੇ ਉਹਨਾਂ ਨੂੰ ਘੱਟ ਜਿਹੜੀ ਵੈਕਸੀਨ ਦਿੱਤੀ ਜਾ ਰਹੀ ਹੈ, ਕਿਸੇ ਸੂਬੇ ਨੂੰ ਜ਼ਿਆਦਾ ਦਿੱਤੀ ਜਾ ਰਹੀ ਹੈ ਜਿੱਥੇ ਕਿ ਘੱਟ ਲੋੜ ਹੈ। ਇਹਨਾਂ ਇਲਜ਼ਾਮਾਂ ਨੂੰ ਕਿਵੇਂ ਦੇਖਦੇ ਹੋ ਕਿ ਕੇਂਦਰ ਸਰਕਾਰ ਕਿਉਂ ਅਜਿਹਾ ਵਤੀਰਾ ਅਪਣਾ ਰਹੀ ਹੈ ਵੱਖ-ਵੱਖ ਸੂਬਿਆਂ ਸੰਬੰਧੀ ਜੀ? ਇਹਦੇ ਵਿੱਚ ਮੈਂ ਸੁਖਵਿੰਦਰ ਜੀ ਸਾਫ਼ ਕਹੂੰਗਾ ਜੀ ਕਿ ਇਹ ਠੀਕ ਹੈ ਕਿ ਉਹ ਸੂਬੇ ਦੋਸ਼ ਲਾ ਰਹੇ ਨੇ ਜੀ, ਔਰ ਉਹਦੇ ਵਿੱਚੋਂ ਇਹ ਇੱਕ ਨਿਰਪੱਖ ਰਾਏ ਬਣ ਰਹੀ ਹੈ ਕਿ ਹਾਂ ਉਹ ਸੂਬਿਆਂ ਨੂੰ ਘੱਟ ਦਿੱਤੀ ਜਾ ਰਹੀ ਹੈ, ਉਹ ਸੂਬੇ 'ਚ ਪ੍ਰੋਬਲਮ ਆ ਰਹੀ ਹੈ। ਪਰ ਇਹਦੇ ਨਾਲ ਇਹ ਹੈ ਕਿ ਜਿੱਥੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਕੇਂਦਰ ਸਰਕਾਰ ਨੇ ਪਹਿਲਾਂ ਇੱਕ ਜ਼ਿੰਮੇਵਾਰੀ ਲਈ ਕਿ ਲੋਕਡਾਊਨ ਦੇ ਸਾਰੇ ਨਿਯਮ ਅਸੀਂ ਦੱਸਾਂਗੇ, ਸਾਰੀਆਂ ਸਟੇਟਾਂ ਸਾਨੂੰ ਇਨ ਫੋਲੋ ਕਰਨਗੀਆਂ। ਜਦੋਂ ਤੱਕ ਕੇਂਦਰ ਨੇ ਕੋਈ ਪਾਲਿਸੀ ਇੰਪਲੀਮੈਂਟ ਕਰਨੀ ਆ ਜੋ ਉਹਨਾਂ ਨੂੰ ਸੂਟ ਕਰਦੀ ਆ, ਉਦੋਂ ਤਾਂ ਉਹ ਕਹਿੰਦੇ ਨੇ ਸਾਡੀ ਮੰਨੋ। ਜਦੋਂ ਉਹ ਫਸ ਜਾਂਦੇ ਨੇ ਉਦੋਂ ਉਹ ਕਹਿੰਦੇ ਨੇ ਕਿ ਇਹ ਸਟੇਟਾਂ ਦਾ ਅਧਿਕਾਰ ਹੈ। ਏਦਾਂ ਦੀ ਪ੍ਰੋਬਲਮ ਹੈ ਇਹਦੇ ਵਿੱਚ। ਮੈਨੂੰ ਲੱਗਿਆ ਇਹ ਸਾਰਾ ਕੁਝ ਠੀਕ ਨਹੀਂ ਹੈਗਾ। ਅੱਛਾ ਧਾਲੀਵਾਲ ਸਾਹਿਬ, ਇੱਕ ਜਿਹੜੇ ਕਿਸਾਨ ਨੇ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ, ਪਹਿਲਾਂ ਪੰਜਾਬ ਦੇ ਵਿੱਚ ਕੀਤਾ, ਫਿਰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਕੀਤਾ, ਹੁਣ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਜਿਹੜੇ ਡਟੇ ਹੋਏ ਨੇ, ਉਹ ਕਿਵੇਂ ਲੱਗਦਾ ਕਿ ਇਹ ਇਤਿਹਾਸ ਗਵਾਹ ਹੈ ਕਿ ਜਿਹੜੀ ਸੱਤਾ ਧਿਰ ਹੁੰਦੀ ਆ, ਹੁਕਮਰਾਨ ਹੁੰਦੇ ਆ, ਕਿ ਜਿਹੜੀ ਸਪਸ਼ਟ ਜਿੱਤ ਉਹ ਕਦੇ ਵੀ ਪ੍ਰੋਟੈਸਟਕਾਰੀਆਂ ਨੂੰ, ਪ੍ਰਦਰਸ਼ਨਕਾਰੀਆਂ ਨੂੰ ਨਹੀਂ ਮਿਲਦੀ? ਕਿ ਹੁਣ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਕਿਹੋ ਜਿਹੀ ਵਿਉਂਤਬੰਦੀ ਬਣਾਉਣੀ ਚਾਹੀਦੀ ਹੈ ਕਿ ਜਿਹੜੇ ਆਪਣੇ ਇਰਾਦਿਆਂ ਦੇ ਵਿੱਚ ਉਹ ਕਾਮਯਾਬ ਹੋ ਜਾਣ ਜੀ? ਦੇਖੋ
ਦੇਖੋ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹ ਅੰਦੋਲਨ ਜਿਹੜਾ ਬਹੁਤ ਹੀ ਠੀਕ ਤਰੀਕੇ ਨਾਲ ਤੇ ਸਫਲਤਾਪੂਰਵਕ ਚੱਲ ਰਿਹਾ ਹੈ ਜੀ। ਪਰੰਤੂ ਜਿਹੜੀ ਸਰਕਾਰ ਹੈ ਉਹ ਇਸ ਤਰ੍ਹਾਂ ਪ੍ਰੋਬਲਮ ਕ੍ਰੀਏਟ ਕਰ ਰਹੀ ਹੈ। ਉਹ ਚਾਹੁੰਦੀ ਹੈ ਵੱਖ ਮੁੱਦਿਆਂ ਤੇ ਲੈ ਕੇ ਕਿਸਾਨਾਂ ਨੂੰ ਬਦਨਾਮ ਕਰੇ ਜਾਂ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕਰੇ। ਇਹ ਕੋਈ ਵਿੱਚ ਆਵਾਜ਼ ਆ ਰਹੀ ਹੈ ਜਾਂ ਕੋਈ ਹੋਰ ਆਵਾਜ਼ ਆ ਰਹੀ ਹੈ? ਕੋਈ ਵਿੱਚ ਆਵਾਜ਼ ਆ ਰਹੀ ਹੈ ਬਹੁਤ ਜ਼ਿਆਦਾ ਯਾਰ ਜੀ। ਸ਼ਾਇਦ ਜਿਹੜੀ ਉਹਨਾਂ ਤੱਕ ਆਵਾਜ਼ ਹੈ ਜਿਹੜੀ ਸਾਡੀ ਨਹੀਂ ਪਹੁੰਚ ਪਾ ਰਹੀ, ਤਕਨੀਕੀ ਸਮੱਸਿਆ ਕਾਰਨ ਸ਼ਾਇਦ ਉਹਨਾਂ ਨਾਲ ਜਿਹੜੀ ਗੱਲਬਾਤ ਆ ਉਹ ਜਾਰੀ ਨਹੀਂ ਰੱਖ ਪਾ ਰਹੇ। ਅਸੀਂ ਦੱਸ ਦਈਏ ਕਿ ਜਿਹੜਾ ਲਗਾਤਾਰ ਇਸ ਮੁੱਦੇ ਤੇ ਅਸੀਂ ਦੁਬਾਰਾ ਉਹਨਾਂ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਜਿਹੜਾ ਰਾਬਤਾ ਕਾਇਮ ਕੀਤਾ ਜਾ ਸਕੇ ਤੇ ਜਿਹੜੇ ਵੱਡੇ ਵੱਡੇ ਸਵਾਲ ਨੇ ਉਹ ਪੰਜਾਬ ਦੀ ਸਿਆਸਤ ਸੰਬੰਧੀ ਜਾਂ ਦੇਸ਼ ਦੀ ਸਿਆਸਤ ਸੰਬੰਧੀ ਜਾਂ ਸਿਹਤ ਸਹੂਲਤਾਂ ਨੂੰ ਲੈ ਕੇ ਖੜੇ ਹੋ ਰਹੇ ਨੇ ਉਹਨਾਂ ਦਾ ਜਵਾਬ ਲੱਭਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਤੁਹਾਡੀ ਵੀ ਕੋਈ ਰਾਏ ਹੋਵੇ, ਜੇਕਰ ਤੁਸੀਂ ਵੀ ਇਹਨਾਂ ਮੁੱਦਿਆਂ ਤੇ ਆਪਣੀ ਕੋਈ ਰਾਏ ਰੱਖਦੇ ਹੋ ਜਾਂ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਜੋ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਹੋਵੋ ਤਾਂ ਜ਼ਰੂਰ ਜਿਹੜਾ ਕਾਲ ਹੈ ਨੰਬਰ ਲਗਾਤਾਰ ਫਲੈਸ਼ ਕੀਤੇ ਜਾ ਰਹੇ ਨੇ ਟੀਵੀ ਸਕਰੀਨ ਉੱਤੇ। ਇੱਥੇ ਇੱਕ ਖਾਸ ਬੇਨਤੀ ਹੈ ਕਿ ਜਿਹੜਾ ਭਾਰਤ ਦਾ ਨੰਬਰ ਹੈ, ਜਿਹੜੇ ਭਾਰਤ ਦੇ ਵਿੱਚੋਂ ਕਾਲ ਕਰਦੇ ਨੇ ਉਹਨਾਂ ਦੇ ਲਈ ਜਿਹੜਾ ਨੰਬਰ ਬਿਲਕੁਲ ਆ ਰਹੀ ਹੈ ਵੀ ਜਿਹੜਾ ਭਾਰਤ ਦਾ ਨੰਬਰ ਹੈ, ਜਿਹੜਾ ਨੰਬਰ ਹੈ ਭਾਰਤ ਦਾ ਉਹ ਜਿਹੜਾ ਤਬਦੀਲ ਕੀਤਾ ਗਿਆ, ਕੁਝ ਤਬਦੀਲੀ ਕੀਤੀ ਗਈ ਉਹ ਜ਼ਰੂਰ ਨੋਟ ਕਰ ਲਿਆ ਜਾਵੇ। ਪਰ ਜਿਹੜੇ ਹੋਰ ਜਿਹੜੇ ਨੰਬਰ ਨੇ ਉਹ ਜਿਹੜਾ ਉਹੀ ਨੰਬਰ ਹੈ ਜਿਹੜੇ ਭਾਰਤ ਤੋਂ ਬਾਹਰ ਦੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਅਪੀਲ ਹੈ। ਤੇ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਇੱਕ ਅਹਿਮ ਮੀਟਿੰਗ ਹੈ ਜਿਹੜੀ ਉਹ ਹੋਈ ਹੈ ਜਿਸ ਦੇ ਵਿੱਚ ਰਾਜਕੁਮਾਰ ਵੇਰਕਾ ਹੋਰੀ ਵੀ ਸ਼ਾਮਿਲ ਹੋਏ ਨੇ। ਉਹਨਾਂ ਦਾ ਉਸ ਤੋਂ ਬਾਅਦ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਕਈ ਮੀਟਿੰਗਾਂ ਦਾ ਦੌਰ ਹੈ ਜਿਹੜਾ ਲਗਾਤਾਰ ਜਾਰੀ ਹੈ ਤੇ ਨਾਲ ਦੀ ਨਾਲ ਕਈ ਵਾਰ ਇਹ ਵੀ ਖਬਰਾਂ ਨਿਕਲ ਕੇ ਆਈਆਂ ਕਿ ਇੱਕ ਧੜਾ ਜਿਹੜਾ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਖੜਾ ਹੋਇਆ ਦਿਖਾਈ ਦੇ ਰਿਹਾ ਤੇ ਦੂਸਰਾ ਧੜਾ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹੱਕ ਦੇ ਵਿੱਚ ਖੜਾ ਹੋਇਆ ਦਿਖਾਈ ਦੇ ਰਿਹਾ। ਦੱਸ ਦਈਏ ਕਿ ਇੱਥੇ ਬੀਤੇ ਲੰਬੇ ਸਮੇਂ ਤੋਂ ਪਿਛਲੇ 2.5 ਮਹੀਨੇ ਤੋਂ ਲਗਾਤਾਰ ਜਿਹੜਾ ਹੋਮ ਮਿਨਿਸਟਰੀ ਹੈ ਉਸ ਤੇ ਸਵਾਲ ਖੜੇ ਕੀਤੇ ਜਾ ਰਹੇ ਆ ਨਵਜੋਤ ਸਿੰਘ ਸਿੱਧੂ ਹੋਰਾਂ ਵੱਲੋਂ। ਜੀ ਸਾਡੇ ਨਾਲ ਰਣ ਸਿੰਘ ਧਾਲੀਵਾਲ ਜੀ ਦੁਬਾਰਾ ਤੋਂ ਜੁੜ ਚੁੱਕੇ ਨੇ। ਧਾਲੀਵਾਲ ਸਾਹਿਬ, ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਕਿਸਾਨ ਨੇ ਉਹ ਲਗਾਤਾਰ ਦਿੱਲੀ ਦੀਆਂ ਬਰੂਹਾਂ ਉੱਤੇ ਡਟੇ ਹੋਏ ਨੇ। ਕੀ ਲੱਗਦਾ ਕਿ ਜਿਹੜੀ ਕੁੰਡੀ ਹੈ ਉਹ ਕਿੱਥੇ ਕੁ ਫਸੀ ਹੋਈ ਹੈ? ਕਿਉਂਕਿ ਕਿਸਾਨਾਂ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਧਰੋਂ ਜਿਹੜੇ ਸਰਕਾਰ ਦੇ ਬਿਆਨ ਨੇ ਉਹ ਵੀ ਇਹ ਕਹਿੰਦੇ ਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਰ ਜਿਹੜੀ ਕੁੰਡੀ ਉਹ ਕਿੱਥੇ ਕੁ ਫਸੀ ਹੋਈ ਹੈ? ਜੀ ਨਹੀਂ, ਵਿੱਚ ਕੋਈ ਹੋਰ ਆਵਾਜ਼ ਆ ਰਹੀ ਹੈ ਯਾਰ, ਕੋਈ ਆਵਾਜ਼ ਨਹੀਂ ਆ ਰਹੀ ਕਸ਼ਮੀਰ, ਕੋਈ ਨਹੀਂ। ਜਿਹੜੀ ਆਵਾਜ਼ ਹੈ ਸ਼ਾਇਦ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ ਸਾਡੀ। ਜਿਹੜੇ ਧਾਲੀਵਾਲ ਸਾਹਿਬ ਨੇ ਉਹਨਾਂ ਦੀ ਆਵਾਜ਼ ਹੈ ਜਿਹੜੀ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀ। ਅੱਗੇ ਜਿਹੜੀ ਵਾਧੇ ਆ ਪ੍ਰੋਗਰਾਮ ਦੇ ਵਿੱਚ ਰਾਜਕੁਮਾਰ ਵੇਰਕਾ ਹੋਰਾਂ ਦੇ ਇੱਕ ਮੀਟਿੰਗ ਕੀਤੀ ਗਈ ਹੈ, ਜਿਹੜੀ ਮੀਟਿੰਗ ਦੇ ਵਿੱਚ ਕਈ ਵੱਖ-ਵੱਖ ਮੰਤਰੀ, ਕੈਬਨਿਟ ਮੰਤਰੀ ਸ਼ਾਮਿਲ ਹੋਏ ਨੇ। ਦਲਿਤ ਸਮਾਜ ਦੇ ਸੰਬੰਧੀ, ਉਹਨਾਂ ਦੀਆਂ ਸਮੱਸਿਆਵਾਂ ਸੰਬੰਧੀ ਇਹ ਜਿਹੜੀ ਮੀਟਿੰਗ ਇਕੱਠੇ ਹੋਈ ਹੈ। ਕਈ ਤਰ੍ਹਾਂ ਦੇ ਵਾਅਦੇ ਪੂਰੇ ਨਾ ਹੋਣ ਦੇ ਚੱਲਦਿਆਂ ਇਹ ਮੀਟਿੰਗ ਕੀਤੀ ਗਈ ਸੀ, ਜਿਸ ਦੇ ਵਿੱਚ ਉਹਨਾਂ ਨੇ ਬਾਅਦ ਦੇ ਵਿੱਚ ਇਹ ਵੀ ਕਿਹਾ ਕਿ ਕਈ ਜਿਹੜੇ ਵਾਅਦੇ ਨੇ ਕੈਪਟਨ ਸਰਕਾਰ ਵੱਲੋਂ ਪੂਰੇ ਕੀਤੇ ਗਏ ਨੇ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਜਿਹੜੀ ਇਹ ਮੀਟਿੰਗ ਆ ਇਹ ਪੂਰਨ ਤੌਰ ਤੇ ਦਲਿਤ ਸੰਬੰਧੀ ਜਿਹੜੇ ਮੰਤਰੀ ਨੇ ਉਹਨਾਂ ਦੇ ਵਿਚਕਾਰ ਕੀਤੀ ਗਈ ਹੈ ਤੇ ਇਸ ਦੇ ਵਿੱਚ ਜਿਹੜੇ ਮੁੱਦੇ ਨੇ ਉਹ ਵੀ ਉਹੀ ਵਿਚਾਰੇ ਗਏ ਨੇ ਜਿਸ ਦੇ ਵਿੱਚ ਦਲਿਤ ਸਮਾਜ ਨਾਲ ਸੰਬੰਧਿਤ ਨੇ। ਉਹੀ ਮੁੱਦੇ ਨੇ ਜਿਹੜੇ ਉਹ ਵਿਚਾਰੇ ਗਏ ਨੇ। ਬਾਕੀ ਰਾਜਕੁਮਾਰ ਵੇਰਕਾ ਹੋਰਾਂ ਦਾ ਕੀ ਕੁਝ ਕਹਿਣਾ ਤੁਹਾਨੂੰ ਸੁਣਾ ਦਿੰਦੇ ਹਾਂ। ਅੱਜ ਜਿਹੜੇ ਦਲਿਤ ਸਮਾਜ ਦੇ ਨਾਲ ਤੇ OBC ਸਮਾਜ ਦੇ ਨਾਲ ਸੰਬੰਧਿਤ MLAs ਦੀ ਮੀਟਿੰਗ ਹੋਈ ਹੈ ਔਰ ਇਹ ਇੱਕ ਪਰਿਵਾਰਕ ਮੀਟਿੰਗ ਹੈ ਔਰ ਕਾਂਗਰਸ ਪਾਰਟੀ ਦੀ ਇੱਕ ਪਰਿਵਾਰਕ ਮੀਟਿੰਗ ਹੈ। ਇਸ ਗੱਲ ਦੇ ਵਾਸਤੇ ਰਿਵਿਊ ਵਾਸਤੇ ਕਿ ਪਿਛਲੇ ਮੈਨੀਫੈਸਟੋ ਦੌਰਾਨ ਜਾਂ ਦਲਿਤ ਜਿਹੜੇ ਇਸ਼ੂ ਹੈ ਉਹ ਕਿਹੜੇ ਪੈਂਡਿੰਗ ਰਹਿ ਗਏ ਹੈ ਤਾਂ ਕਿ ਆਉਣ ਵਾਲੇ ਇਲੈਕਸ਼ਨ ਜਿਹੜੇ ਹੈ ਸਾਡੇ ਸਿਰ ਦੇ ਉੱਪਰ ਹੈ
ਉਹ ਸਾਰੇ ਇਸ਼ੂਜ਼ ਜਿਹੜੇ ਹੈ ਉਹ ਲੋਕਾਂ ਦੇ ਗਰੀਬਾਂ ਦੇ ਇਸ਼ੂ ਹੈ ਉਹਨਾਂ ਨੂੰ ਸੈਟਲ ਕੀਤਾ ਜਾਏ। ਔਰ ਇਹਦੇ ਵਾਸਤੇ ਅਸੀਂ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਮੁਲਾਕਾਤ ਕਰਾਂਗੇ। ਔਰ ਕਿਉਂਕਿ ਬਹੁਤ ਸਾਰੇ ਗਰਾਊਂਡ ਜ਼ੀਰੋ ਤੋਂ ਇਹ ਫੀਡਬੈਕ ਆ ਰਹੀ ਹੈ ਕਿ ਜਿਹੜੇ ਸ਼ਡਿਊਲ ਕਾਸਟ ਦੇ ਮਸਲੇ ਹੈ ਕੁਛ, ਚਾਹੇ 85th ਅਮੈਂਡਮੈਂਟ ਦਾ ਮੈਟਰ ਹੈ, ਚਾਹੇ ਸਕੋਲਰਸ਼ਿਪ ਦਾ ਮੁੱਦਾ ਹੈਗਾ, ਉਹਦੇ ਅੰਦਰ ਕੁਝ ਤਰਮੀਮ ਦੀ ਗੱਲ ਹੈ, ਔਰ ਗਰੀਬਾਂ ਦੇ, ਖੇਤੀ ਮਜ਼ਦੂਰਾਂ ਦੇ ਔਰ ਦਲਿਤਾਂ ਦੇ ਜਿਹੜੇ ਕਰਜ਼ੇ ਮਾਫ ਦੀ ਕਹਾਣੀ ਹੈ, ਇਹ ਸਾਰੇ ਇਸ਼ੂਜ਼ ਦੇ ਨਾਲ ਸੰਬੰਧਿਤ ਗੱਲ ਹੈ। ਔਰ ਇਹ ਕੋਈ ਜਿਹੜੀ ਮੀਟਿੰਗ ਹੈ, ਇਹ ਮੀਟਿੰਗ ਕੋਈ ਕਿਸੇ ਦੇ ਵਿਰੋਧ ਦੇ ਵਿੱਚ ਜਾਂ ਕਿਸੇ ਦੇ ਖਿਲਾਫਤ ਦੇ ਵਿੱਚ ਨਹੀਂ ਹੈ। ਇਹ ਕਾਂਗਰਸ ਪਾਰਟੀ ਦੇ ਇਸ ਸਮਾਜ ਨਾਲ ਸੰਬੰਧਿਤ ਜਿਹੜੇ ਐਮਐਲਏ ਆ, ਇਹ ਉਹਨਾਂ ਦੀ ਮੀਟਿੰਗ ਸੀਗੀ। ਔਰ ਇਸ ਮੀਟਿੰਗ ਦੇ ਵਿੱਚ ਅਸੀਂ ਆਪਸੀ ਜਿਹੜੇ ਵਿਚਾਰ ਕੀਤੇ ਹੈ ਔਰ ਬੜੀ ਜਲਦੀ ਅਸੀਂ ਆਪਣੇ ਮੁੱਖ ਮੰਤਰੀ ਜੀ ਨਾਲ ਬੈਠ ਕੇ ਇਸ ਮਾਮਲੇ ਨੂੰ ਸ਼ਾਰਟ ਆਊਟ ਕਰਾਂਗੇ। ਕੀ ਮੈਂਬਰਾਂ ਨੇ ਕੀ ਮਹਿਸੂਸ ਕੀਤਾ, ਦਲਿਤ ਭਾਈਚਾਰੇ ਦੀਆਂ ਜਿਹੜੇ ਵਾਅਦੇ ਅਸੀਂ ਪੂਰੇ ਹੋਏ ਕਿ ਨਹੀਂ? ਬਈ ਬਹੁਤ ਸਾਰੇ ਵਾਅਦੇ ਪੂਰੇ ਹੋਏ ਹੈ ਔਰ ਕੁਝ ਜਿਹੜੇ ਕੋਈ ਰਹਿ ਗਏ ਹੈ, ਉਹਦੇ ਵਾਸਤੇ ਅਸੀਂ ਮੁੱਖ ਮੰਤਰੀ ਜੀ ਕੋਲੋਂ ਟਾਈਮ ਮੰਗਿਆ ਔਰ ਉਹਨਾਂ ਨਾਲ ਬੈਠ ਕੇ ਇਸ ਸਾਰੇ ਮਸਲਿਆਂ ਨੂੰ ਹੱਲ ਕਰਾਂਗੇ। ਸਰ ਕਿੰਨਾ ਕੁ ਰੋਸ ਹੈ ਦਲਿਤ ਭਾਈਚਾਰੇ ਦੇ ਵਿੱਚ ਜਿਹੜੇ ਮਸਲੇ ਜਿਸ ਤਰ੍ਹਾਂ ਦੇ ਨਾਲ ਬਈ ਗੱਲ ਇੱਕ ਸਮਝ ਨਹੀਂ, ਮੈਂ ਤੁਹਾਨੂੰ ਇਹ ਕਿਹਾ ਕਿ ਬਈ ਜਿਹੜੇ ਇਸ਼ੂ ਜਿਹੜੇ ਹੈ ਉਹ ਪਰਿਵਾਰਕ ਤੌਰ ਤੇ ਬੈਠ ਕੇ ਅਸੀਂ ਜਿਹੜੇ ਹੈ ਉਹ ਡਿਸਕਸ ਕੀਤਾ ਹੈ। ਔਰ ਇਹ ਮਸਲੇ ਜਿਹੜੇ ਵੀ ਹੈ, ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਪਰਿਵਾਰਕ ਮੁੱਦਿਆਂ ਦੇ ਮਸਲੇ ਹੈ ਔਰ ਇਹ ਗਰੀਬਾਂ ਦੇ ਨਾਲ ਸੰਬੰਧਿਤ ਮੁੱਦਿਆਂ ਦੇ ਮਸਲੇ ਹੈ। ਔਰ ਮੁੱਖ ਮੰਤਰੀ ਜੀ ਦੇ ਨਾਲ ਅਸੀਂ ਜਲਦੀ ਮੀਟਿੰਗ ਕਰਨ ਵਾਲੇ ਹਾਂ ਔਰ ਤਾਂ ਕਿ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਬਈ ਇਹਦੇ ਬਾਰੇ ਮੈਨੂੰ ਕੋਈ ਨੋਟਿਸ ਨਹੀਂ, ਇਹ ਤਾਂ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੈ, ਉਹ ਕੀ ਕਰਨਾ ਚਾਹੁੰਦੇ ਆ ਕੀ ਨਹੀਂ। ਉਹਦੇ ਪ੍ਰਭਾਵ ਜਿਹੜੀ ਅੱਜ ਦੀ ਮੀਟਿੰਗ ਹੈ ਮੁੱਖ ਮੰਤਰੀ ਦੇ ਵਿਰੁੱਧ ਕੀਤੀ ਗਈ। ਨਹੀਂ, ਇਹ ਮੁੱਖ ਮੰਤਰੀ ਦੇ ਬਿਲਕੁਲ ਵਿਰੋਧ 'ਚ ਮੀਟਿੰਗ ਨਹੀਂ ਹੈ ਔਰ ਅਸੀਂ ਮੁੱਖ ਮੰਤਰੀ ਦੇ ਨਾਲ ਹਾਂ ਔਰ ਕੈਪਟਨ ਅਮਰਿੰਦਰ ਸਿੰਘ ਸਾਡੇ ਮੁੱਖ ਮੰਤਰੀ ਹੈ, ਉਹਨਾਂ ਦੇ ਮਾਮਲੇ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਰੋਧ ਹੈ ਹੀ ਨਹੀਂ। ਬਈ ਮੈਂ ਤੁਹਾਨੂੰ ਇਹ ਕਿਹਾ ਕਿ ਉਹਨਾਂ ਕੋਲੋਂ ਉਹਦਾ ਜਵਾਬ ਪੁੱਛ ਲਓ। ਸਾਡਾ ਇਸ ਤਰ੍ਹਾਂ ਦਾ ਕੋਈ ਵੀ ਨਾ ਤੇ ਕੋਈ ਇਰਾਦਾ ਹੈ, ਨਾ ਸਾਡੀ ਕੋਈ ਸ਼ਿਕਾਇਤ ਆ। ਸਾਡੀ ਸ਼ਿਕਾਇਤ ਕੋਈ ਨਹੀਂ। ਅਸੀਂ ਇਹ ਰਿਵਿਊ ਕੀਤਾ ਹੈ ਬਈ ਹੁਣ ਇਲੈਕਸ਼ਨ ਸਿਰ ਤੇ ਆਉਣ ਵਾਲੇ ਆ, ਕਿਹੜੇ ਦਲਿਤਾਂ ਦੇ ਔਰ ਓਬੀਸੀ ਦੇ ਮੁੱਦੇ ਆ ਜਿਹੜੇ ਹੱਲ ਹੋ ਗਏ ਆ, ਕਿਹੜੇ ਬਾਕੀ ਰਹਿ ਗਏ ਆ, ਤਾਂ ਕਿ ਮੁੱਖ ਮੰਤਰੀ ਜੀ ਨਾਲ ਗੱਲ ਕੀਤੀ ਜਾ ਸਕੇ। ਰਵਨੀਤ ਬਿੱਟੂ ਨੇ ਕਿਹਾ, ਰਵਨੀਤ ਬਿੱਟੂ ਕਹਿੰਦੇ ਕਿ ਅਗਰ ਬੇਅਦਬੀ ਮਾਮਲੇ ਤੇ ਨਹੀਂ ਇਨਸਾਫ ਹੁੰਦਾ 2 ਮਹੀਨਿਆਂ 'ਚ ਤਾਂ ਫਿਰ ਹੋਮ ਮਿਨਿਸਟਰੀ ਕਿਸੇ ਹੋਰ ਨੂੰ ਦੇ ਦਿਓ, ਕੋਈ ਹੋਰ ਹੋਮ ਮਿਨਿਸਟਰ ਬਣ ਜਾਏ। ਦੇਖੋ ਮੈਂ ਤੁਹਾਨੂੰ ਇਹ ਕਿਹਾ ਕਿ ਸਾਡੇ ਇਸ਼ੂ ਨਹੀਂ ਹੈ, ਸਾਡੇ ਇਸ਼ੂ ਗਰੀਬਾਂ ਦੇ ਇਸ਼ੂ ਹੈ, ਸਾਡੇ ਇਸ਼ੂ ਦਲਿਤਾਂ। ਮੇਰੀ ਅੱਜ ਦੀ ਤੁਸੀਂ ਗੱਲ ਕਰੋ ਨਾ, ਅੱਜ ਦੀ ਗੱਲ ਕਰੀਏ ਨਾ, ਮੈਂ ਤੇ ਅੱਜ ਦੀ ਮੀਟਿੰਗ ਦੀ ਗੱਲ ਕਰਨੀ ਹੈ। ਪਤਾ ਵੀ ਪਾਇਆ ਕਿ ਡਿਪਟੀ ਸੀਐਮ ਜਿਹੜਾ ਦਲਿਤ ਭਾਈਚਾਰੇ ਚੋਂ ਕੋਈ ਇਹੋ ਜਿਹਾ ਕੋਈ ਮਤਾ ਨਹੀਂ ਪਾਇਆ। ਅਸੀਂ ਸਿਰਫ 2 ਹੀ ਲਾਈਨਾਂ ਕੀਤੀਆਂ ਕਿ ਮੁੱਖ ਮੰਤਰੀ ਜੀ ਕੋਲੋਂ ਅਸੀਂ ਟਾਈਮ ਮੰਗਿਆ ਔਰ ਜਿਹੜੇ ਕੋਈ ਬਾਕੀ ਦੇ ਇਸ਼ੂ ਸਾਡੇ ਪੈਂਡਿੰਗ ਰਹਿ ਗਏ ਹੈ ਔਰ ਅਸੀਂ ਪਾਰਟੀ ਪਲੇਟਫਾਰਮ ਤੇ ਮੁੱਖ ਮੰਤਰੀ ਜੀ ਨਾਲ ਬਹਿ ਕੇ ਇਹਨਾਂ ਮਸਲੇ ਨੂੰ ਹੱਲ ਕਰਾਂਗੇ। क्या कैबिनेट मंत्री चन्नी साहब की नाराजगी दूर होगी? पिछली मीटिंग ਦੇ ਵਿੱਚ ਵੀ ਉਹਨਾਂ ਦੀ ਨਾਰਾਜ਼ਗੀ ਵੇਖਣ ਨੂੰ ਮਿਲੀ ਸੀ। क्या ਉਸ ਨਾਰਾਜ਼ਗੀ ਨੂੰ ਲੈ ਕੇ ਕੋਈ ਚਰਚਾ ਹੋਈ ਹੈ? ਬਿਲਕੁਲ ਨਹੀਂ। ਕੱਲ क्या ਉਹ ਬੈਠਕ ਦੇ ਵਿੱਚ ਸ਼ਾਮਲ ਹੋਣਗੇ ਕੈਬਨਿਟ ਦੀ? ਬਿਲਕੁਲ ਨਹੀਂ। ਅੱਜ ਦੀ ਮੀਟਿੰਗ ਸਿਰਫ ਪਿਓਰ ਦਲਿਤ ਮੁੱਦਿਆਂ ਤੇ ਮੀਟਿੰਗ ਸੀ। ਇਹ ਸਨ ਰਾਜਕੁਮਾਰ ਵੇਰਕਾ, ਜਿਨ੍ਹਾਂ ਨੇ ਇੱਕ ਜਿਹੜੀ ਅੱਜ ਮੀਟਿੰਗ ਹੋਈ ਹੈ ਉਸ ਸੰਬੰਧੀ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹ ਸਿੱਧਾ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਉਸ ਦਾ ਮੁੱਦਾ ਸਿਰਫ ਦਲਿਤਾਂ ਸੰਬੰਧੀ ਜਿਹੜੀਆਂ ਸਮੱਸਿਆਵਾਂ ਨੇ, ਜਿਹੜੇ ਉਹਨਾਂ ਦੇ ਮੁੱਦੇ ਨੇ, ਉਹਨਾਂ ਦੇ ਸੰਬੰਧੀ ਕੀਤੀ ਗਈ ਹੈ। ਅੱਜ ਦੇ ਜਿਹੜਾ ਪ੍ਰੋਗਰਾਮ ਹੈ ਉਸ ਦਾ ਸਮਾਂ ਜਿਹੜਾ ਅੱਜ ਸਮਾਪਤ ਹੋ ਚੁੱਕਾ ਹੈ ਤੇ ਜਿਹੜੀ ਅਗਲੀ ਮੁਲਾਕਾਤ ਹੈ ਕੱਲ ਸ਼ਾਮ 7 ਵਜੇ ਹੋਵੇਗੀ। ਉਦੋਂ ਤੱਕ ਦਿਓ ਇਜਾਜ਼ਤ, ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।